ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕਰ ਲਾਲੋ ਦਿਜ ਦੋ ਸਤ ਲਖੇ ਸਭ ਬੈਨ ਦ੍ਰਿੜ ਪ੍ਰਤੀਤ ਇਰਦੇ ਕਰੀ ਗਏ ਤੁਰਤ ਨਿਜ ਐਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਨਾਮ ਹੈ। ਆਓ ਲੜੀਵਾਰ ਕਥਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਏਮਨਾਬਾਦ ਨਗਰ ਵਿੱਚ ਆਏ ਹਨ। ਏਮਨਾਬਾਦ ਨਗਰ ਵਿੱਚ ਜੋ ਬੀਤਣਾ ਵਰਤਣਾ ਪਾਤਸ਼ਾਹ ਦੱਸ ਰਹੇ ਨੇ। ਸ਼ਬਦ ਉਚਾਰਨ ਕੀਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ
ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੈ ਕਤੇਬਾ, ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੈ ਲਾਏ ਪੇ ਲਾਲੋ, ਖੂਨ ਕੇ ਸੋਹਲੇ ਗਾਵੀਆ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਇਹ ਪਾਵਨ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ ਹੈ। ਬਾਬਰ ਦੀ ਆਮਦ ਦਾ ਸੰਕੇਤ ਪਾਤਸ਼ਾਹ ਨੇ ਦਿੱਤਾ ਹੈ। ਇੱਕ ਬ੍ਰਾਹਮਣ ਸੁਣ ਰਿਹਾ ਸੀ, ਮਹਾਰਾਜ ਸਾਨੂੰ ਤਾਂ ਬਖਸ਼ੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਲਾਲੋ ਔਰ ਪੰਡਤ ਨੂੰ ਆਖਿਆ ਆਪਣਾ ਰਾਗ ਸਾਜ ਘਰੋਂ ਲਵੋ, ਔਰ ਇੱਥੋਂ 4 ਕੋਹ ਦੇ ਉੱਤੇ ਇੱਕ ਸੁੱਕਾ ਤਾਲ ਹੈ, ਉੱਥੇ ਜਾ ਕੇ ਬੈਠ ਜਾਓ। ਜਦੋਂ ਅਸੀਂ ਆਖਾਂਗੇ ਫਿਰ ਵਾਪਸ ਆ ਕੇ ਨਗਰ 'ਚ ਵਸ ਜਾਣਾ। ਮਹਾਰਾਜ ਜੀ ਦਾ ਬਚਨ ਮੰਨ ਕੇ ਝਾਟੇ ਨਾਲ ਤਿਆਰੀ ਕੀਤੀ, ਘਰੋਂ ਰਾਗ ਸਾਜ ਲਿਆ, ਪਰਿਵਾਰ ਲਿਆ, ਗੱਡਿਆਂ ਤੇ ਸਮਾਨ ਲੱਦ ਕੇ ਮਹਾਰਾਜ ਜੀ ਦੇ ਦੱਸੇ ਮੁਤਾਬਕ ਇਹ ਚੱਲੇ ਹਨ। ਆਓ ਮਨ ਬਿਰਤੀਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕਰ ਲਾਲੋ ਦਿਜ ਦੋ, ਸਤ ਲਖੇ ਸਭ ਬੈਨ। ਜਦੋਂ ਭਾਈ ਲਾਲੋ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਉਸ ਪੰਡਤ ਨੇ ਸੁਣੇ, ਉਹਨਾਂ ਜਾਣ ਲਿਆ ਕਿ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਹ ਸੱਤ ਬੋਲ ਹਨ, ਇਹ ਬਚਨ ਸੱਤ ਹੀ ਹੋਣਗੇ। ਦ੍ਰਿੜ ਪ੍ਰਤੀਤ ਹਿਰਦੇ ਕਰੀ, ਗਏ ਤੁਰਤ ਨਿਜ ਐਨ। ਸਤਿਗੁਰਾਂ ਦੇ ਕਹੇ ਬਚਨਾਂ ਤੇ ਪਰਪੱਕ ਪ੍ਰਤੀਤ ਰੱਖ ਕੇ, ਭਰੋਸਾ ਰੱਖ ਕੇ ਇਹ ਆਪਣੇ ਘਰਾਂ 'ਚ ਗਏ। ਪੰਡਤ ਵੀ ਗਿਆ ਤੇ ਭਾਈ ਲਾਲੋ ਜੀ ਵੀ ਗਏ, ਔਰ ਘਰ ਜਾ ਕੇ ਆਪਣਾ ਸਾਰਾ ਰਾਗ ਸਾਜ ਸਾਂਭਣ ਲੱਗੇ ਹਨ। ਚੋਪਈ ਆਪਣੀ ਸਭ ਸੰਭਾਰ ਸੰਭਾਰੀ। ਘਰ ਦੀਆਂ ਜਿੰਨੀਆਂ ਕੀਮਤੀ ਵਸਤੂਆਂ ਸਨ ਉਹ ਇਹਨਾਂ ਨੇ ਸੰਭਾਲੀਆਂ ਹਨ। ਪਤਾ ਸੀ ਏਬਨਾਬਾਦ 'ਚ ਕਤਲੋ ਗਾਰਤ ਹੋਣੀ, ਇੱਥੇ ਖੂਨ ਦੇ ਸੋਹਲੇ ਗਾਏ ਜਾਣੇ ਆ ਘਰ ਘਰ ਵਿੱਚ। ਗੁਰੂ ਸਾਹਿਬ ਜੀ ਦੇ ਬਚਨਾਂ ਦਾ ਇਹਨਾਂ ਨੂੰ ਪਤਾ ਸੀ ਵੀ ਇਹ ਸੱਤ ਹੋਣੇ ਹਨ। ਇਸ ਕਰਕੇ ਆਪਣੇ ਘਰ ਦੀ ਜਿੰਨੀ ਸਮੱਗਰੀ ਸੀ, ਘਰ ਵਿੱਚ ਜੋ ਵੀ ਕੀਮਤੀ ਸਮਾਨ ਸੀ ਇਹਨਾਂ ਨੇ ਸੰਭਾਲਿਆ ਹੈ। ਲੀਨ ਸੰਗ ਪ੍ਰਾਤਾ ਸੁਤ ਨਾਰੀ। ਆਪਣੇ ਭਰਾਵਾਂ ਨੂੰ, ਪੁੱਤਰਾਂ ਨੂੰ, ਘਰਵਾਲੀ ਨੂੰ, ਸਭ ਨੂੰ ਆਪਣੇ ਨਾਲ ਲਿਆ। ਵਹਿਰ ਨਗਰ ਤੇ ਨਿਕਸ ਬਹੋਰੀ। ਔਰ ਏਮਨਾਬਾਦ ਨਗਰ ਤੋਂ ਬਾਹਰ ਨੂੰ ਨਿਕਲ ਕੇ ਆਏ ਹਨ। ਪਹੁੰਚੇ ਤਿਸੀ ਠੌਰ ਕੋ ਟੋਰੀ। ਔਰ ਜਿਹੜੀ ਜਗ੍ਹਾ ਸਤਿਗੁਰੂ ਜੀ ਨੇ ਦੱਸੀ ਸੀ ਉਸੇ ਜਗ੍ਹਾ ਨੂੰ ਭਾਲਦਿਆਂ ਲੱਭਦਿਆਂ ਇਹ ਪਹੁੰਚੇ ਹਨ। ਸ਼੍ਰੀ ਅੰਗਦ ਜੀ ਸੁਨੋ ਅਗਾਰੀ। ਇਹ ਕਥਾ ਭਾਈ ਬਾਲਾ ਜੀ ਸੁਣਾ ਰਹੇ ਨੇ। ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ, ਹੇ ਫੇਰੂ ਨੰਦਨ, ਹੇ ਤ੍ਰੇਹਣ ਕੁਲ ਸਿਰਮੌਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ ਕਥਾ। ਜਸ ਬੀਤੀ ਤਸ ਕਰੋ ਉਚਾਰੀ। ਜਿਵੇਂ ਏਮਨਾਬਾਦ ਨਗਰ ਵਿੱਚ ਬੀਤੀ ਹੈ ਮੈਂ ਤਿਵੇਂ ਉਚਾਰਨ ਕਰਕੇ ਦੱਸਦਾ। ਮੈਂ ਸਾਖੀ ਹਾਂ ਉਸ ਵੇਲੇ ਦਾ। ਮੈਂ ਆਪਣੀਆਂ ਅੱਖਾਂ ਨਾਲ ਉੱਥੇ ਵਰਤਾਰਾ ਵਰਤਦਾ ਵੇਖਿਆ। ਮਹਾਰਾਜ ਉੱਥੇ ਕੀ ਕੀ ਹੋਇਆ ਉਹ ਮੈਂ ਆਪ ਜੀ ਨੂੰ ਵਰਣਨ ਕਰਕੇ ਸੁਣਾਉਂਦਾ ਹਾਂ। ਉਤੋਂ 50 ਕੋਸ ਪਰ ਡੇਰਾ। ਏਮਨਾਬਾਦ ਨਗਰ ਤੋਂ ਤਕਰੀਬਨ 50 ਕੋਹ ਦੀ ਵਾਟ ਉੱਤੇ ਡੇਰਾ ਸੀ ਬਾਬਰ ਦਾ। ਦਲ ਬਾਬਰ ਕੇ ਸੰਗ ਕਨੇਰਾ। ਬਾਬਰ ਆਇਆ ਹੋਇਆ ਸੀ ਇਸ ਪਾਸੇ ਹਮਲਾਵਰ ਹੋ ਕੇ। ਉਹਦੇ ਨਾਲ ਉਹਦੀ ਫੌਜਾਂ ਦਾ ਬੜਾ ਵੱਡਾ ਦਲ ਸੀ। ਬਹੁਤ ਜ਼ਿਆਦਾ ਗਿਣਤੀ 'ਚ ਵੱਡੀਆਂ ਫੌਜਾਂ ਸਨ ਮੁਗਲਾਂ ਦੀਆਂ। ਤੁਰਕੀ ਬਲੀ ਤੁਰੰਗ ਵਿਸਾਲਾ। ਉਹਨਾਂ ਕੋਲ ਜਿਹੜੇ ਇਰਾਕੀ ਘੋੜੇ ਹੁੰਦੇ ਆ, ਤੁਰਕੀ ਬੜੇ ਬਲੀ ਘੋੜੇ, ਜਿਹੜੇ ਇੱਧਰ ਕਾਬਲ ਅਫਗਾਨਿਸਤਾਨ ਦੇ ਘੋੜੇ ਹੁੰਦੇ ਬੜੇ ਬਲਵਾਨ ਹੁੰਦੇ ਆ, ਉਹਨਾਂ ਨੂੰ ਤੁਰਕੀ ਘੋੜੇ ਕਹਿੰਦੇ ਹਨ। ਕਹਿੰਦੇ ਜੀ ਉੱਥੋਂ ਦੇ ਜਿਹੜੇ ਤੁਰਕੀ ਘੋੜੇ ਸੀ ਬੜੇ ਬੜੇ ਵਿਸ਼ਾਲ ਬਲ ਵਾਲੇ, ਜਿਹੜੇ ਰੋਜ਼ ਦਾ 100 ਕੋਹ ਪੈਂਡਾ ਤੈਅ ਕਰਕੇ ਵੀ ਨਹੀਂ ਸੀ ਥੱਕਦੇ, ਇਹੋ ਜਿਹੇ ਬਲੀ ਘੋੜੇ ਹਨ ਉਹਨਾਂ ਦੇ ਪਾਸ। ਬਹੁਤ ਦੂਰ ਗਮਨੇ ਤਤਕਾਲਾ। ਥੋੜਾ ਸਮੇਂ ਵਿੱਚ ਹੀ ਵੱਡਾ ਪੈਂਡਾ ਉਹ ਤੈਅ ਕਰਦੇ ਨੇ। ਇੰਨੇ ਬਲੀ ਘੋੜੇ ਨੇ ਬਾਬਰ ਤੇ ਉਹਦੇ ਸਿਪਾਹੀਆਂ ਦੇ ਪਾਸ ਕਿ ਥੋੜੇ ਸਮੇਂ ਵਿੱਚ ਲੰਮਾ ਪੈਂਡਾ ਤੈਅ ਕਰਦੇ ਹਨ। ਤੈਂ ਚਿਨ ਬਾਬਰ ਕੋ ਮਨ ਫੇਰਾ। ਉੱਥੇ ਬਾਬਰ ਬੈਠਾ ਸੀ, ਉਹਦਾ ਮਨ ਪ੍ਰੇਰ ਦਿੱਤਾ।
ਪਰਮੇਸ਼ਰ ਨੇ ਵੇਖੋ ਮਨ ਪ੍ਰੇਰਿਆ ਵੀ ਉਹਨੂੰ ਏਮਨਾਬਾਦ ਨਗਰ ਵੱਲ ਲੈ ਕੇ ਆਉਣ ਦਾ ਕਾਰਨ ਬਣਾ ਦਿੱਤਾ। ਏਮਨਾਬਾਦ ਨਗਰ ਲਿਓ ਘੇਰਾ। ਬਾਬਰ ਦੇ ਮਨ 'ਚ ਫੁਰਨਾ ਆਇਆ ਕਿ ਏਮਨਾਬਾਦ ਦੇ ਪਠਾਣਾਂ ਨੇ ਕੁਝ ਵਧੀਕੀ ਕੀਤੀ ਸੀ, ਤੋ ਇਹਨੇ ਮਨ ਵਿੱਚ ਫੁਰਨਾ ਕੀਤਾ ਕਿ ਏਮਨਾਬਾਦ ਨਗਰ ਨੂੰ ਜਾ ਕੇ ਪਹਿਲਾਂ ਘੇਰਾ ਪਾਵਾਂ, ਉੱਥੇ ਜਿਹੜੇ ਪਠਾਣ ਨੇ ਪਹਿਲਾਂ ਉਹਨਾਂ ਪਠਾਣਾਂ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਾਵਾਂ। ਇਹ ਸੋਚ ਕੇ ਏਮਨਾਬਾਦ ਨਗਰ ਵੱਲ ਬਾਬਰ ਨੇ ਹੱਲੇ ਦੀ ਤਿਆਰੀ ਕੀਤੀ। ਅਕਸ ਮਾਤਰ ਅਬ ਪਰ ਹੋ ਜਾਈ। ਬਾਬਰ ਸੋਚਦਾ ਕਿ ਅਕਸ ਮਾਤਰ ਬਿਨਾਂ ਦੱਸਿਆਂ ਅਚਾਨਕ ਹਮਲਾ ਕਰਦਿਆਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਿਹੜੇ ਵੇਲੇ ਹਮਲਾ ਹੋਇਆ। ਇਉਂ ਬਾਬਰ ਨੇ ਤਿਆਰੀ ਕੀਤੀ। ਤੂਰਨ ਤਿੰਨ ਕੋ ਦਿਓ ਵਿੱਚ ਲਾਈ। ਕਿ ਛੇਤੀ ਜਾ ਕੇ ਉਹਨਾਂ ਨੂੰ ਵਿਚਲਿਤ ਕਰਕੇ ਰੱਖਦਿਆਂ, ਉਹਨਾਂ ਨੂੰ ਸੋਝੀ ਨਾ ਆਉਣ ਦਿਆਂ ਵੀ ਉਹ ਲੜਨ ਦੀ ਤਿਆਰੀ ਨਾ ਕਰ ਸਕਣ ਮੇਰੇ ਨਾਲ। ਏਦਾਂ ਹਮਲਾ ਕਰਾਂ ਏਮਨਾਬਾਦ ਉੱਤੇ। ਮਾਨੀ ਆਨ ਨਾ ਮਾਨੇ ਮੋਰੀ। ਕਿਉਂਕਿ ਬਾਬਰ ਕਹਿੰਦਾ ਉਹ ਮੇਰੀ ਆਨ ਨਹੀਂ ਮੰਨਦੇ ਪਠਾਣ, ਕਿਉਂਕਿ ਉਹਨਾਂ ਪਠਾਣਾਂ ਨੇ ਬਾਬਰ ਨਾਲ ਮੱਥਾ ਲਾ ਲਿਆ ਸੀ ਏਮਨਾਬਾਦ ਦੇ ਪਠਾਣਾਂ ਨੇ। ਤੋ ਕਹਿੰਦੇ ਉਹ ਮੇਰੀ ਆਨ ਨਹੀਂ ਮੰਨਦੇ, ਮੇਰੀ ਕਈ ਗੱਲ ਨਹੀਂ ਮੰਨਦੇ। ਅਸ ਪਠਾਨੇ ਹੋ ਕਰ ਜੋਰੀ। ਇਹੋ ਜਿਹੇ ਪਠਾਣਾਂ ਨੂੰ ਹਨ ਹੋ ਕਰ ਜੋਰੀ, ਮੈਂ ਆਪਣੇ ਜ਼ੋਰ ਨਾਲ ਮਾਰ ਮੁਕਾਵਾਂਗਾ। ਇਹਨਾਂ ਪਠਾਣਾਂ ਦਾ ਖੁਰਾ ਖੋਜ ਮਿਟਾ ਕੇ ਰੱਖ ਦਿਆਂਗਾ ਧਰਤੀ ਤੋਂ। ਸਰਬ ਸੈਨ ਕੋ ਆਇਸ ਦੀਨੀ। ਬਾਬਰ ਨੇ ਇਹ ਸੋਚ ਕੇ ਆਪਣੀ ਸਾਰੀ ਫੌਜ ਨੂੰ ਆਗਿਆ ਦਿੱਤੀ, ਆਪਣੇ ਸਾਰੇ ਸਿਪਾਹੀਆਂ ਤੇ ਜਰਨੈਲਾਂ ਨੂੰ ਹੁਕਮ ਕੀਤਾ। ਅਸ ਪਰ ਪਾਏ ਪਾਖਰੇ ਲੀਨੀ। ਇਹਦਾ ਹੁਕਮ ਸੁਣਦਿਆਂ ਸਾਰਿਆਂ ਸਿਪਾਹੀਆਂ ਨੇ ਆਪੋ ਆਪਣਿਆਂ ਘੋੜਿਆਂ ਤੇ ਪਾਖਰ ਪਾ ਲਏ, ਕਾਠੀਆਂ ਪਾ ਲਈਆਂ, ਤਾਰੂ ਪਾ ਕੇ ਘੋੜੇ ਤਿਆਰ ਕਰ ਲਏ। ਜੋਧਾ ਸਨਦ ਬੱਧ ਹੋਏ ਸਭਈ। ਜਿੰਨੇ ਯੋਧੇ ਸੀ ਬਾਬਰ ਦੇ ਸਾਰੇ ਸਨਦਬੱਧ ਹੋ ਗਏ, ਸਾਰੇ ਸ਼ਸਤਰ ਧਾਰੀ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਲੀਨ ਤੁਫੰਗੇ ਕਸ ਕਰ ਤਬਈ। ਬੰਦੂਕਾਂ ਵਿੱਚ ਪਾ ਕੇ ਦੋ ਦੋ ਗੋਲੀਆਂ ਬੰਦੂਕਾਂ ਕੱਸ ਕੇ ਤਿਆਰ ਕਰ ਲਈਆਂ ਨੇ। ਉਹਨਾਂ ਦੇ ਨਾਲ ਤੋੜੇ ਤੁਖਾ ਲਏ ਹਨ। ਕੋਰਨ ਪਰ ਹੋਏ ਕੈ ਅਸਵਾਰਾ। ਔਰ ਆਪਣੇ ਬਲੀ ਘੋੜਿਆਂ ਉੱਤੇ, ਤੁਰਕੀ ਘੋੜਿਆਂ ਦੇ ਉੱਤੇ ਸਾਰੇ ਸਵਾਰ ਹੋ ਗਏ ਨੇ। ਕਰੀ ਦੌੜ ਨੇ ਲਗੀ ਅਵਾਰਾ। ਇਹਨਾਂ ਨੇ ਇਹੋ ਜੀ ਦੌੜ ਲਾਈ, ਇਹੋ ਜੀ ਸੂੰਟ ਲਾਈ ਤੇ ਇੱਕੋ ਹੱਲੇ ਦੇ ਵਿੱਚ ਹੀ ਚੱਲ ਕੇ ਏਮਨਾਬਾਦ ਨਗਰ ਕੋਲ ਆ ਗਏ। ਮਾਰਗ ਵਿਖੇ ਆਪ ਗਾ ਜੇਤੀ। ਕਹਿੰਦੇ ਰਸਤੇ ਵਿੱਚ ਜਿਹੜੀਆਂ ਕੋਈ ਨਦੀਆਂ ਵੀ ਆਈਆਂ, ਕਹਿੰਦੇ ਪਰਮੇਸ਼ਰ ਦੀ ਇਹੋ ਜੀ ਖੇਡ ਵਰਤੀ ਵੀ ਰਸਤੇ 'ਚ ਕੋਈ ਰੁਕਾਵਟ ਨਹੀਂ ਇਹਨਾਂ ਨੂੰ ਪਈ। ਜਿਹੜੀਆਂ ਨਦੀਆਂ ਵੀ ਆਈਆਂ ਉਹਨਾਂ ਨਦੀਆਂ ਦਾ ਪਾਣੀ ਸੁੱਕ ਗਿਆ, ਉਹਨਾਂ ਨਦੀਆਂ ਦੇ ਵਿੱਚੋਂ ਦੀ ਇਹ ਨਿਕਲਦੇ ਚੀਰਦੇ ਆ ਗਏ। ਪ੍ਰਭ ਰੁਖ ਪਿਖੇ ਸ਼ੁਸ਼ਕ ਗਈ ਕੀਤੀ। ਕਿਉਂਕਿ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਸੀ, ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਸੀ। ਹਵਾ ਬਾਬਰ ਦੇ ਪੱਖ 'ਚ ਚੱਲ ਰਹੀ ਸੀ। ਜਿਵੇਂ ਕਿ ਮਹਾਰਾਜ ਜੀ ਨੇ ਕਿਹਾ ਨਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਕਹਿੰਦੇ ਖੁਰਾਸਾਨ ਦਾ ਜਿਹੜਾ ਮਾਲਕ ਸੀ ਬਾਬਰ, ਪਰਮੇਸ਼ਰ ਨੇ ਉਹਦਾ ਖਸਮਾਨਾ, ਉਹਦਾ ਪੱਖ ਕੀਤਾ ਹੈ ਤੇ ਹਿੰਦੁਸਤਾਨ ਦੇ ਜਿਹੜੇ ਪਠਾਨ ਸਨ ਉਹਨਾਂ ਦੇ ਹਿਰਦਿਆਂ 'ਚ ਸਹਿਮ ਪੈਦਾ ਕੀਤਾ ਹੋਇਆ ਸੀ। ਇਹ ਪਾਤਸ਼ਾਹ ਦੇ ਬਚਨ ਅੱਗੇ ਆਉਣਗੇ। ਕਹਿੰਦੇ ਬਾਬਰ ਵੱਲ ਹਵਾ ਵਗਦੀ ਸੀ ਪਰਮੇਸ਼ਰ ਦੀ, ਇਹਦਾ ਕੋਈ ਤਪ ਤੇਗ ਸੀ, ਇਹਨੂੰ ਰਾਜ ਪ੍ਰਾਪਤ ਹੋਣਾ ਸੀ ਹਿੰਦੁਸਤਾਨ ਦਾ। ਰਸਤੇ ਵਿੱਚ ਜਿਹੜੀਆਂ ਕੋਈ ਨਦੀਆਂ ਆਈਆਂ ਹਨ ਉਹਨਾਂ ਦਾ ਪਾਣੀ ਆਪਣੇ ਆਪ ਹੀ ਸੁੱਕ ਗਿਆ। ਬੜੀ ਬੇਗ ਸੋ ਤੁਰੰਗ ਚਲਾਏ। ਬੜੇ ਤੇਜ਼ੀ ਦੇ ਨਾਲ, ਵੇਗ ਨਾਲ ਇਹਨਾਂ ਨੇ ਆਪਣੇ ਘੋੜੇ ਭਜਾਏ ਹਨ। ਪੂਰਨ ਪਹੁੰਚ ਸਰਬ ਬਿਸਮਾਏ। ਇੰਨੀ ਤੇਜ਼ੀ ਨਾਲ ਘੋੜੇ ਦੌੜ ਕੇ ਆਏ ਏਮਨਾਬਾਦ ਨਗਰ ਵਿੱਚ ਵੀ ਆਪ ਵੀ ਇਹ ਹੈਰਾਨ ਨੇ ਕਿ ਇੰਨਾ ਪੈਂਡਾ ਅਸੀਂ ਕਿਵੇਂ ਤੈਅ ਕਰ ਲਿਆ। ਜੋ ਮਾਰਗ ਤੋਂ ਦੂਰ ਕਨੇਰੀ। ਜਿਹੜਾ ਬੜਾ ਲੰਮਾ ਪੈਂਡਾ ਸੀ, ਦੂਰ ਦਾ ਪੈਂਡਾ ਸੀ। ਕਰਿਓ ਸਮੀਪ ਪ੍ਰਭੂ ਤਿਸ ਬੇਰੀ। ਕਹਿੰਦੇ ਇਹਨਾਂ ਨੂੰ ਇਉਂ ਜਾਪਿਆ ਮਾਨੋ ਪਰਮੇਸ਼ਰ ਨੇ ਉਹ ਲੰਮਾ ਪੈਂਡਾ ਬਿਲਕੁਲ ਹੀ ਨੇੜੇ ਕਰ ਦਿੱਤਾ ਹੋਵੇ। ਅਕਸਰ ਕਈ ਵਾਰ ਇਉਂ ਹੁੰਦਾ ਹੈ, ਕਈ ਵਾਰੀ ਤਾਂ ਥੋੜਾ ਪੈਂਡਾ ਵੀ ਬਹੁਤਾ ਪ੍ਰਤੀਤ ਹੁੰਦਾ ਤੇ ਮੁੱਕਣ ਤੇ ਨਹੀਂ ਆਉਂਦਾ। ਕਈ ਵਾਰ ਇਹੋ ਜੀ ਖੇਡ ਵਰਤਦੀ ਆ ਵੀ ਕੋਈ ਲੰਮਾ ਪੈਂਡਾ ਅਸੀਂ ਤੈਅ ਕਰ ਰਹੇ ਹੋਈਏ, ਉਹ ਲੰਮਾ ਪੈਂਡਾ ਕਿਹੜੇ ਵੇਲੇ ਥੋੜੇ ਸਮੇਂ 'ਚ ਬੀਤ ਜਾਂਦਾ ਤੇ ਆਪਾਂ ਕਹਿੰਦੇ ਆ ਵੀ ਹੁਣੇ ਤਾਂ ਟੁਰੇ ਸੀ, ਪਹੁੰਚ ਵੀ ਗਏ ਆ। ਇਹ ਕਹਿੰਦੇ ਆ ਜਾਪਦਾ ਪਰਮੇਸ਼ਰ ਸਾਡਾ ਪੱਖ ਪਿਆ ਕਰਦਾ ਹੈ।
ਇਹ ਲੰਮਾ ਪੈਂਡਾ ਸੀ ਏਮਨਾਬਾਦ ਨਗਰ ਤੱਕ ਦਾ, ਇਹ ਥੋੜਾ ਹੋ ਗਿਆ ਹੈ। ਸਵਾ ਪੈਰ ਮੇ ਪਹੁੰਚੇ ਆਈ, ਕਹਿੰਦੇ ਤਕਰੀਬਨ ਸਵਾ ਪੈਰ ਦੇ ਵਿੱਚ ਹੀ ਇਹ ਚੱਲ ਕੇ ਪਹੁੰਚ ਗਏ। ਸਰਬ ਨਗਰ ਕੋ ਭੋਰੀ ਪਾਈ, ਆ ਕੇ ਇਹਨਾਂ ਨੇ ਏਮਨਾਬਾਦ ਨਗਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਦਿਵਸ ਚੜੇ ਮੰਡਿਓ ਰਣ ਭਾਰੀ, ਰਾਤ ਨੂੰ ਘੇਰਾਬੰਦੀ ਕਰ ਲਈ। ਜਦੋਂ ਦਿਨ ਚੜਿਆ ਤੇ ਜੰਗ ਦੀਆਂ ਨਫੀਰੀਆਂ ਵਜਾ ਦਿੱਤੀਆਂ, ਨਗਾਰੇ ਵਜਾ ਦਿੱਤੇ, ਜੰਗ ਮੁਹਿੰਮ ਸ਼ੁਰੂ ਕਰ ਦਿੱਤੀ। ਛੁੱਟਤ ਤੁਫੰਗ ਮਨੋ ਪਿਚਕਾਰੀ, ਬੰਦੂਕਾਂ ਛੁੱਟਣ ਲੱਗੀਆਂ ਨੇ। ਬੰਦੂਕਾਂ ਛੁੱਟਦੀਆਂ ਇਉਂ ਜਾਪਦੀਆਂ ਨੇ ਮਾਨੋ ਜਿਵੇਂ ਪਚਕਾਰੀਆਂ ਚੱਲ ਰਹੀਆਂ ਹੋਣ। ਸਾਂਗ ਪ੍ਰਹਾਰੇ ਮੂਠ ਗੁਲਾਲਾ, ਸਾਂਗ ਕਹਿੰਦੇ ਨੇ ਬਰਛੀ ਨੂੰ। ਕਹਿੰਦੇ ਜਿਹੜੀਆਂ ਬਰਛੀਆਂ ਚੱਲ ਰਹੀਆਂ ਨੇ ਇਉਂ ਜਾਪਦਾ ਜਿਵੇਂ ਗੁਲਾਲ ਦੀਆਂ ਮੁੱਠਾਂ ਭਰ ਭਰ ਕੇ ਸੁੱਟਦੇ ਹੋਣ। ਹੋਲੀ ਦਾ ਪ੍ਰਕਰਨ ਬੰਨ ਰਹੇ ਨੇ, ਅਲੰਕਾਰ ਬੰਨ ਰਹੇ ਨੇ ਮਹਾਂਕਵੀ ਜੀ। ਕਹਿੰਦੇ ਬਰਛੀਆਂ ਇਉਂ ਚੱਲਦੀਆਂ ਨੇ ਮਾਨੋ ਜਿਵੇਂ ਮੁੱਠੀਆਂ ਭਰ ਭਰ ਕੇ ਗੁਲਾਲ ਦੀਆਂ ਸੁੱਟਦੇ ਹੋਣ ਇੱਕ ਦੂਜੇ ਤੇ। ਢਾਲੇ ਬਣੀ ਮਨੋ ਡਫ ਮਾਲਾ, ਤੇ ਜਿਹੜੀਆਂ ਸੂਰਮਿਆਂ ਦੇ ਹੱਥਾਂ 'ਚ ਫੜੀਆਂ ਢਾਲਾਂ ਨੇ ਇਹ ਇਉਂ ਜਾਪਦੀਆਂ ਨੇ ਜਿਵੇਂ ਡਫਲੀਆਂ ਵੱਜਦੀਆਂ ਹੋਣ, ਜਿਵੇਂ ਡੱਫ ਵੱਜਦੇ ਹੋਣ। ਭੱਕ ਭੱਕ ਕਾਓ ਸ਼ਬਦ ਤਿੰਨ ਕੇਰਾ, ਔਰ ਸੂਰਮਿਆਂ ਦੇ ਸਰੀਰਾਂ 'ਚ ਜਿਹੜੇ ਜ਼ਖਮ ਹੁੰਦੇ ਆ ਉਹਨਾਂ 'ਚੋਂ ਭੱਕ ਭੱਕ ਦੀ ਆਵਾਜ਼ ਆਉਂਦੀ ਹੈ, ਖੂਨ ਨਿਕਲਦਾ ਬਾਹਰ। ਭੱਕ ਭੱਕ ਦੀ ਜਿਹੜੀ ਆਵਾਜ਼ ਆਉਂਦੀ ਇਉਂ ਜਾਪਦਾ ਉਹਨਾਂ ਡੁਰਮਿਆਂ ਦੇ, ਇਉਂ ਜਾਪਦਾ ਮਾਨੋ ਜਿਵੇਂ ਅੰਬੀਰ ਖਿਲ ਰਿਹਾ ਹੋਵੇ। ਸ਼੍ਰੋਣਤ ਬਸਤਰ ਰੰਗ ਭਈ ਲਾਲਾ, ਖੂਨ ਦੇ ਨਾਲ ਜਿਹੜੇ ਕੱਪੜੇ ਉਹਨਾਂ ਦੇ ਰੰਗੇ ਹੋਏ ਨੇ, ਏਦਾਂ ਜਾਪਦਾ ਜਿਵੇਂ ਹੋਲੀ ਤੇ ਖੇਡਦਿਆਂ ਕਿਸੇ ਦੇ ਕੱਪੜੇ ਲਾਲ ਰੰਗ ਨਾਲ ਰੰਗੇ ਗਏ ਹੋਣ। ਮਾਨੋ ਰੰਗ ਪਤੰਗੀ ਡਾਲਾ, ਏਦਾਂ ਜਾਪਦਾ ਜਿਵੇਂ ਪਤੰਗੀ ਰੰਗ ਇਹਨਾਂ ਦੇ ਉੱਤੇ ਸੁੱਟਿਆ ਹੋਇਆ। ਕਰ ਮੈਂ ਚਮਕ ਰਹੀ ਕਰਵਾਰੇ, ਸੂਰਮਿਆਂ ਦੇ ਹੱਥਾਂ ਵਿੱਚ ਤਲਵਾਰਾਂ ਬਿਜਲੀ ਦੇ ਮਾਨਿੰਦ ਚਮਕਦੀਆਂ ਹਨ। ਛਟੀ ਮਨੋ ਫੂਲਨ ਕੀ ਧਾਰੇ, ਏਦਾਂ ਜਾਪਦਾ ਜਿਵੇਂ ਫੁੱਲਾਂ ਵਾਲੀਆਂ ਛੜੀਆਂ ਫੜੀਆਂ ਹੋਈਆਂ ਨੇ ਸੂਰਮਿਆਂ ਨੇ। ਮਾਰ ਮਾਰ ਮੁਖ ਗਾਵੇਂ ਗੀਤਾ, ਉਹ ਤੋਂ ਕਹਿੰਦੇ ਆ ਮਾਰ ਲਓ ਮਾਰ ਲਓ। ਕਹਿੰਦੇ ਇਉਂ ਜਾਪਦਾ ਜਿਵੇਂ ਹੋਲੀ ਖੇਡਦਿਆਂ ਗੀਤ ਨਹੀਂ ਗਾਉਂਦੇ, ਇਹ ਮਾਰ ਲਓ ਜਦੋਂ ਕਰਦੇ ਆ ਮਾਨੋ ਇਹ ਹੋਲੀ ਦੇ ਗੀਤ ਹੀ ਗਾ ਰਹੇ ਨੇ। ਖੇਲਤ ਫਾਗ ਮਨੋ ਕਰ ਪ੍ਰੀਤਾ, ਮਾਨੋ ਬੜੀ ਪ੍ਰੀਤ ਕਰਕੇ ਆਪਸ ਵਿੱਚ ਹੋਲੀ ਖੇਡਦੇ ਹੋਣ। ਭਈ ਨਿਸੰਗ ਵੀਰ ਇੱਕ ਬੇਰਾ, ਉਹਨਾਂ ਪਾਸਿਆਂ ਦੇ ਯੋਧੇ ਇੱਕ ਵਾਰ ਨਿਸੰਗ ਹੋ ਕੇ ਮੁਗਲ ਤੇ ਪਠਾਨ ਲੜ ਰਹੇ ਨੇ। ਭਜਿਓ ਸਾਰ ਸੋ ਸਾਰ ਕਨੇਰਾ, ਲੋਹੇ ਤੇ ਲੋਹਾ ਵੱਜਦਾ ਤੇ ਚਿਣਗਾ ਨਿਕਲਦੀਆਂ ਹਨ। ਵੈਰ ਦੁਰਗ ਤੇ ਨਿਕਸ ਪਠਾਨਾ, ਪਠਾਨ ਏਮਨਾਬਾਦ ਦੇ ਕਿਲੇ ਚੋਂ ਬਾਹਰ ਨਿਕਲ ਕੇ ਆ ਕੇ ਲੜਨ ਲੱਗੇ। ਕੂਦ ਕੁਲਾਚਨ ਹਨੇ ਕਿਰਪਾਨਾ, ਕੁੱਦ ਕੇ ਜੰਗ ਦੇ ਮੈਦਾਨ 'ਚ ਤਲਵਾਰਾਂ ਚਲਾਉਂਦੇ ਆ, ਤਲਵਾਰਾਂ ਵਾਹੁੰਦੇ ਹਨ। ਇੱਕ ਬਾਰ ਪਰੇ ਅਰ ਰਾਈ, ਇੱਕੋ ਵਾਰ ਦੁਸ਼ਮਣਾਂ ਦੇ ਉੱਤੇ ਟੁੱਟ ਕੇ ਪੈ ਗਏ। ਤੀਰ ਤੁਫੰਗੇ ਬਹੁਤ ਚਲਾਈ, ਪਰ ਅੱਗੋਂ ਬਾਬਰ ਦੇ ਸੂਰਮੇ ਮੁਗਲ ਬੜੇ ਯੋਧੇ ਸਨ। ਇੱਕੋ ਵੇਰੀ ਉਹਨਾਂ ਨੇ ਵੀ ਤਲਵਾਰਾਂ, ਬੰਦੂਕਾਂ, ਤੋਪਾਂ, ਨੇਜੇ, ਤੀਰ, ਬਰਛੇ ਚਲਾ ਦਿੱਤੇ ਹਨ। ਸ਼੍ਰੀ ਪ੍ਰਭ ਬਚ ਤੇ ਫੇਟੀ ਪਰਈ, ਮਹਾਰਾਜ ਜੀ ਦਾ ਬਚਨ ਹੋਇਆ ਸੀ ਅਕਾਲ ਪੁਰਖ ਦੀ ਹਵਾ ਇੱਧਰ ਵਗਦੀ ਹੈ। ਬਾਬਰ ਨੂੰ ਹੁਣ ਕਿਹਨੇ ਹਰਾਣਾ ਸੀ ਜੇ ਅਕਾਲ ਪੁਰਖ ਆਪ ਉਹਦੀ ਪੱਖ ਦੇ ਵਿੱਚ ਆਣ ਖਲੋਤਾ ਹੈ। ਗੁਰੂ ਨਾਨਕ ਸਾਹਿਬ ਨੇ ਆਪ ਕਹਿ ਦਿੱਤਾ ਵੀ ਬਾਬਰ ਨੇ ਆ ਕੇ ਏਮਨਾਬਾਦ ਨੂੰ ਉਜਾੜ ਦੇਣਾ ਹੈ। ਤੇ ਹੁਣ ਭਾਈ ਇਹ ਪਠਾਣਾ ਦੀ ਕੀ ਤਾਕਤ ਸੀ ਕਿ ਬਾਬਰ ਦੇ ਸਾਹਮਣੇ ਖਲੋ ਕੇ ਅੜ ਸਕਦੇ। ਕੋਈ ਨਾ ਸ਼ਸਤਰ ਕਾਜ ਕੁਛਕ ਕਰਈ, ਪਠਾਣਾ ਦਾ ਕੋਈ ਸ਼ਸਤਰ, ਕੋਈ ਅਸਤਰ ਕੰਮ ਨਹੀਂ ਕਰਦਾ। ਰਹੇ ਬਹੁਤ ਚਿਰ ਅਟਕੇ ਅਗਾਰੀ, ਕੁਝ ਸਮਾਂ ਸਾਹਮਣੇ ਅਟਕੇ ਰਹੇ, ਲੜਦੇ ਰਹੇ। ਇਸ ਕਰ ਬਾਬਰ ਗਿਰਾ ਉਚਾਰੀ, ਬਾਬਰ ਗੁੱਸੇ ਵਿੱਚ ਆ ਕੇ ਆਪਣੇ ਸਿਪਾਹੀਆਂ ਨੂੰ ਵੰਗਾਰਦਾ ਹੋਇਆ ਬੋਲਿਆ, ਆਹੋ ਮੁਗਲ ਲੈ ਧਨ ਮਮ ਪਾਸੂ, ਕਹਿੰਦਾ ਉਹ ਮੁਗਲੋ ਮੇਰੇ ਕੋਲੋਂ ਜਿੰਨਾ ਧਨ ਚਾਹੀਦਾ ਲੈ ਲਵੋ, ਮੈਂ ਤੁਹਾਨੂੰ ਧਨ ਦੇਵਾਂਗਾ। ਨਿਤ ਪ੍ਰਤ ਬਿਲਸਤ ਬੌਰ ਬਿਲਾਸੋ, ਨਿਤਾ ਪ੍ਰਤੀ ਬਿਲਸ ਬਿਲਾਸੋਗੇ, ਭਾਵ ਸਾਰੇ ਸੁਖ ਆਰਾਮ ਤੁਹਾਨੂੰ ਪ੍ਰਾਪਤ ਹੋਣਗੇ। ਜਬੇ ਆਵਨੋ ਕਾਜ ਹਮਾਰੇ, ਹੁਣ ਜੇ ਮੇਰਾ ਕੰਮ ਹੈ
ਅੱਗੇ ਰੋਜ਼ ਤੁਸੀਂ ਮੇਰੇ ਕੋਲੋਂ ਲੈ ਲੈ ਕੇ ਖਾਂਦੇ ਹੋ, ਸਾਰੇ ਸੁੱਖ ਮੈਂ ਤੁਹਾਨੂੰ ਦੇਣਾ, ਅੱਜ ਮੇਰਾ ਕੰਮ ਹੈ ਤੇ ਪਿੱਛੇ ਹੋ ਜਾਂਦੇ ਹੋ। ਅੱਜ ਮੇਰੇ ਕੰਮ ਵਾਸਤੇ ਤੁਸੀਂ ਅੱਗੇ ਹੋ ਕੇ ਨਹੀਂ ਪੇ ਲੜਦੇ। ਕਰ ਰਾਖੇ ਅਬ ਪ੍ਰਾਨ ਪਿਆਰੇ, ਹੁਣ ਆਪਣੀਆਂ ਜਾਨਾਂ ਪਿਆਰੀਆਂ ਕਰਦੇ ਹੋ, ਲੜੋ ਅੱਗੇ ਹੋ ਕੇ। ਆਪਣੀਆਂ ਜਾਨਾਂ ਕਾਹਨੂੰ ਪਿਆਰੀਆਂ ਕਰਦੇ ਹੋ? ਜਦੋਂ ਪੈਸੇ ਲੈਣੇ ਹੁੰਦੇ ਆ ਉਦੋਂ ਝੱਟ ਆ ਕੇ ਲੈ ਲੈਂਦੇ ਹੋ, ਜਦੋਂ ਕੋਈ ਸੁੱਖ ਚਾਹੀਦਾ ਉਦੋਂ ਝੱਟ ਆ ਕੇ ਲੈ ਲੈਂਦੇ ਹੋ। ਜੇ ਅੱਜ ਮੈਨੂੰ ਜੰਗ ਦੇ ਮੈਦਾਨ ਵਿੱਚ ਤੁਹਾਡੀ ਲੋੜ ਹੈ ਤੇ ਤੁਸੀਂ ਆਪਣੇ ਪ੍ਰਾਣ ਪਿਆਰੇ ਕਰਦੇ ਹੋ, ਆਪਣੀ ਜ਼ਿੰਦਗੀ ਪਿਆਰੀ ਕਰਕੇ ਲੜ ਰਹੇ ਹੋ। ਕਬ ਕੇ ਅਟਕੇ ਖਾਨ ਅਗਾਰੀ, ਇਹ ਕੀ ਨੇ ਪਠਾਨ ਤੁਹਾਡੇ ਸਾਹਮਣੇ ਮੁਗਲਾਂ ਦੇ? ਇਹ ਖਾਨ ਤੁਹਾਡੇ ਸਾਹਮਣੇ ਕਦੋਂ ਦੇ ਅੜੇ ਖਲੋਤੇ ਨੇ? ਕਿਉਂ ਨਹੀਂ ਇਹਨਾਂ ਨੂੰ ਮਾਰ ਕੇ ਮੁਕਾ ਦਿੰਦੇ? ਕਰੋ ਫਤਿਹ ਕਿਉਂ ਨਾ ਇਨਕੋ ਮਾਰੀ, ਕਿਉਂ ਨਹੀਂ ਇਹਨਾਂ ਨੂੰ ਮਾਰ ਕੇ ਫਤਿਹ ਪ੍ਰਾਪਤ ਕਰਦੇ? ਫਤਿਹ ਤਾਂ ਤੁਹਾਡੀ ਹੋਈ ਖੜੀ ਹੈ। ਪਰਮੇਸ਼ਰ ਦੀ, ਖੁਦਾ ਦੀ, ਅੱਲਾਹ ਤਾਲਾ ਦੀ ਮਿਹਰ ਤੁਹਾਡੇ ਤੇ ਵਰਤ ਰਹੀ ਹੈ। ਵੇਖੋ ਨਾ ਖਾਨਾਂ ਦੇ ਕੋਈ ਸ਼ਸਤਰ ਨਹੀਂ ਪਏ ਚੱਲਦੇ, ਤੁਸੀਂ ਫੇਰ ਉਹਨਾਂ ਦੇ ਸਾਹਮਣੇ ਹਾਲੇ ਖਲੋਤੇ ਹੋ ਤੇ ਉਹ ਤੁਹਾਡੇ ਸਾਹਮਣੇ ਅੜੇ ਖਲੋਤੇ ਨੇ। ਕਰੋ ਹਮਲਾ ਕਰੋ, ਔਰ ਹਮਲਾ ਕਰਕੇ ਨਾ ਤੇ ਫਤਿਹ ਪ੍ਰਾਪਤ ਕਰੋ, ਇਹਨਾਂ ਨੂੰ ਮਾਰ ਕੇ ਮੁਕਾਓ। ਅਸ ਕੈ ਪੈਰੋ ਢੋਲ ਬਜਾਏ, ਇਹ ਤਾਂ ਕਹਿ ਕੇ ਬਾਬਰ ਨੇ ਢੋਲ ਵਜਵਾਏ, ਨਗਾਰੇ ਵਜਵਾਏ, ਭੈਰੋਂ ਰਾਗ ਵਜਵਾਇਆ, ਬਹੁਤ ਦਮਾਮੇ ਡੰਕ ਲਗਾਏ। ਇੱਕੋ ਵੇਰੀ ਕਈ ਨਗਾਰਿਆਂ ਦੇ ਉੱਤੇ ਚੋਭਾਂ ਲੱਗ ਗਈਆਂ। ਖਾਲਸਾ ਜੀ, ਜੰਗ ਦੇ ਮੈਦਾਨ 'ਚ ਜਿਹੜੇ ਸਾਜ਼ ਵੱਜਦੇ ਐ, ਨਗਾਰੇ ਵੱਜਦੇ ਐ, ਜਾਂ ਫਿਰ ਡੱਫ ਵੱਜਦੇ ਆ, ਢੋਲ ਵੱਜਦੇ ਆ, ਰਣ ਸਿੰਘੇ ਵੱਜਦੇ ਆ, ਇਹਨਾਂ ਦੀ ਆਵਾਜ਼ ਸੁਣ ਕੇ ਸੂਰਮਿਆਂ ਅੰਦਰ ਹੁਲਾਸ ਪੈਦਾ ਹੁੰਦਾ ਹੈ। ਇੱਕ ਪ੍ਰਕਾਰ ਦਾ ਐਸਾ ਮਾਰੂ ਸੰਗੀਤ ਹੈ, ਜਿਸ ਮਾਰੂ ਸੰਗੀਤ ਨੂੰ ਸੁਣਦਿਆਂ ਸੂਰਮਿਆਂ ਦੇ ਡੋਲੇ ਫਰਕਦੇ ਨੇ। ਨਗਾਰੇ ਦੀ ਆਵਾਜ਼ ਅਸੀਂ ਜਦੋਂ ਸੁਣਦੇ ਹਾਂ, ਗੁਰੂ ਘਰਾਂ 'ਚ ਨਗਾਰਾ ਵੱਜਦਾ ਹੈ, ਬਦੋ ਬਦੀ ਵੀਰ ਰਸ ਦਾ ਪ੍ਰਤੀਕ ਜਿਹੜਾ ਹਿਰਦੇ 'ਚ ਪੈਦਾ ਹੁੰਦਾ, ਨਗਾਰਾ ਜਿਸ ਵੇਲੇ ਵੱਜਦਾ, ਜਦੋਂ ਨਗਾਰੇ ਤੇ ਦੋਹਰੀ ਚੋਭ ਲੱਗੀ ਹੁੰਦੀ ਹੈ ਨਾ, ਤੇ ਸੁਣਨ ਵਾਲਿਆਂ ਦੇ ਪੈਰ ਆਪਣੇ ਆਪ ਜੰਗ ਦੇ ਮੈਦਾਨ 'ਚ ਪੈਂਤਰੇ ਤੇ ਥਿੜਕਣ ਲੱਗ ਪੈਂਦੇ ਹਨ। ਤੋ ਖਾਲਸਾ ਜੀ, ਇਹ ਜੰਗੀ ਸਾਜ਼ਾਂ ਦੀ ਕਲਾ ਹੁੰਦੀ ਹੈ। ਇਹ ਜੰਗੀ ਸਾਜ਼ ਵੱਜੇ ਨੇ, ਨਗਾਰਿਆਂ ਤੇ ਚੋਭਾਂ ਵੱਜੀਆਂ ਨੇ ਬਾਬਰ ਦੇ ਹੁਕਮ ਨਾਲ। ਹੀਲਾ ਕਰਿਓ ਪਰੇ ਇੱਕ ਬੇਰਾ, ਇੱਕੋ ਵੇਰੀ ਮੁਗਲਾਂ ਨੇ ਜ਼ੋਰ ਨਾਲ ਹੱਲਾ ਕੀਤਾ ਇਹਨਾਂ ਪਠਾਣਾ ਉੱਤੇ। ਮਚਿਓ ਤਬੇ ਕਮਸਾਨ ਕਨੇਰਾ, ਭਿਆਨਕ ਘਮਾਸਾਨ ਜੰਗ ਮਚਿਆ। ਵੈਰੀਆਂ ਨੇ ਆਹੂਆਂ ਦੇ ਆਹੂ ਲਾਏ ਹਨ। ਠਾਠਾਈ ਚੱਲ ਰਹੀ ਤੁਫੰਗਾ, ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਠਾ ਠਾ ਕਰਕੇ ਜੰਗ ਦੇ ਮੈਦਾਨ 'ਚ ਤਿਨਾਂ ਦੀ ਆਵਾਜ਼ ਆਉਂਦੀ ਹੈ। ਕਿਤਕ ਪਰੋਏ ਬਰਛਨ ਸੰਗਾ, ਬਰਛਿਆਂ ਦੇ ਨਾਲ ਸੂਰਮਿਆਂ ਦੇ ਸਰੀਰ ਪਰੋ ਪਰੋ ਕੇ ਰਣ ਭੂਮੀ 'ਚ ਸੁੱਟੇ ਜਾ ਰਹੇ ਨੇ। ਜਾਨ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਮਹਾਰਾਜ ਗੁਰੂ ਕਲਗੀਧਰ ਜੀ ਲਿਖਦੇ ਆ ਚੰਡੀ ਦੀ ਵਾਰ ਵਿੱਚ, ਕਹਿੰਦੇ ਜਿਵੇਂ ਕੋਈ ਹਲਵਾਈ ਵੜਿਆਂ ਦੇ ਵਿੱਚ ਸੀਖ ਪਾ ਕੇ ਲੋਹੇ ਦੀ ਵਿੰਨ ਕੇ ਤਲ ਕੇ ਬਾਹਰ ਸੁੱਟਦਾ ਹੈ, ਇਉਂ ਸੂਰਮੇ ਆਪਣੇ ਬਰਛਿਆਂ ਨਾਲ ਸੂਰਮਿਆਂ ਦੇ ਸਰੀਰਾਂ ਨੂੰ ਪਰੋ ਕੇ, ਵੈਰੀਆਂ ਦਿਆਂ ਨੂੰ, ਉਹਨਾਂ ਨੂੰ ਪਰੋ ਪਰੋ ਕੇ ਘੋੜਿਆਂ ਤੋਂ ਥਾਲੋ ਥੱਲ ਕੇ ਜ਼ਮੀਨ ਤੇ ਸੁੱਟਦੇ ਹਨ। ਖਚਾ ਖਚੀ ਕੀਨੀ ਤਲਵਾਰਨ, ਤਲਵਾਰਾਂ ਦੀ ਖਚਾ ਖਚੀ ਹੋਈ ਹੈ। ਤਲਵਾਰਾਂ ਕਹਿੰਦੇ ਜੰਗ ਦੇ ਮੈਦਾਨ ਵਿੱਚ ਵਗੀਆਂ ਹਨ ਔਰ ਬੜੀ ਤੇਜ਼ੀ ਦੇ ਨਾਲ ਵਹਿਣ ਲੱਗੀਆਂ ਨੇ, ਕਟਾ ਵੱਢ ਹੋਣ ਲੱਗੀ ਹੈ। ਧੜ ਤੇ ਸਿਰ ਕੀਏ ਜੁਦੇ ਉਤਾਰਨ, ਜਦੋਂ ਤਲਵਾਰਾਂ ਚੱਲੀਆਂ, ਚੱਲਦੀਆਂ ਤਲਵਾਰਾਂ ਨਾਲ ਪਠਾਣਾ ਦੇ ਸਿਰ ਧੜ ਤੋਂ ਕਟੀ ਕੇ ਜੰਗ ਦੇ ਮੈਦਾਨ 'ਚ ਡਿੱਗਣ ਲੱਗੇ ਹਨ। ਕਈਆਂ ਦੇ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੇ ਮੁਗਲਾਂ ਨੇ। ਮੋਢਨ ਤੇ ਬਾਹੀਂ ਕੱਟ ਡਾਰੀ, ਕਈ ਪਠਾਣਾ ਦੀਆਂ ਮੋਢਿਆਂ ਦੇ ਕੋਲੋਂ ਬਾਹਾਂ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੀਆਂ ਨੇ। ਬਾਹਾਂ ਵੱਡੀਆਂ ਤੇ ਖਿੰਡੇ ਹੋਏ ਸਿਰ ਰਣ ਭੂਮੀ 'ਚ ਇਉਂ ਭਾਸਦੇ ਪ੍ਰਤੀਤ ਹੁੰਦੇ ਐ, ਮਾਨੋ ਜਿਵੇਂ ਖਿੱਦੂ ਤੇ ਖੁੰਡੀ ਖਿਲ ਰਹੀਆਂ ਹੋਣ। ਸਿਰ ਖਿੱਦੂ ਬਣੇ ਹੋਏ ਨੇ, ਵੱਡੀਆਂ ਹੋਈਆਂ ਬਾਹਾਂ ਜੰਗ ਦੇ ਮੈਦਾਨ 'ਚ ਪਈਆਂ, ਉਹ ਖੁੰਡੀਆਂ ਦੇ ਸਮਾਨ ਨਜ਼ਰ ਆਉਂਦੀਆਂ ਹਨ। ਲੋਥੇ ਬਿਤਰੀ ਧਰਾ ਮਜਾਰੀ, ਲਾਸ਼ਾਂ ਦੇ ਢੇਰ ਜੰਗ ਦੇ ਮੈਦਾਨ ਵਿੱਚ ਖਿਲਰੇ ਨਜ਼ਰ ਆਉਂਦੇ ਨੇ। ਇਹ ਅਮਨਾਬਾਦ ਨਗਰ ਦਾ ਚੱਪਾ ਚੱਪਾ ਲਾਸ਼ਾਂ ਦੇ ਨਾਲ ਭਰਿਆ ਨਜ਼ਰ ਆਉਂਦਾ। ਮੁਗਲ ਗਏ ਕੈਸੇ ਇੱਕ ਬੇਰਾ, ਮੁਗਲਾਂ ਨੇ ਇੱਕੋ ਵੇਰੀ ਇਹੋ ਜਿਹਾ ਜ਼ੋਰ ਦਾ ਹਮਲਾ ਕੀਤਾ, ਅਮਨਾਬਾਦ ਨਗਰ ਵਿੱਚ ਧਸ ਗਏ। ਜਾਏ ਬਾਜ ਜਸ ਦੇਖ ਬਟੇਰਾ, ਏਦਾਂ ਹਮਲਾ ਕੀਤਾ ਮੁਗਲਾਂ ਨੇ,
ਜਿਵੇਂ ਬਾਜ ਬਟੇਰੇ ਨੂੰ ਵੇਖ ਕੇ ਬਟੇਰੇ ਤੇ ਹਮਲਾ ਬੋਲਦਾ ਨਾ, ਤੇ ਬਟੇਰੇ ਨੂੰ ਸਾਹ ਨਹੀਂ ਲੈਣ ਦਿੰਦਾ ਬਾਜ, ਕਹਿੰਦੇ ਏਦਾਂ ਮੁਗਲਾਂ ਨੇ ਨਾ ਪਠਾਣਾ ਤੇ ਹਮਲਾ ਬੋਲਿਆ। ਠਾਂਡੇ ਕਟੇ ਥਾਉ ਨੇ ਛੋਰੀ। ਪਠਾਨ ਵੀ ਅੱਗੋਂ ਸੂਰਮੇ ਸੀ, ਉਹ ਵੀ ਆਪਣੀ ਜਗ੍ਹਾ ਛੱਡ ਕੇ ਨਹੀਂ ਦੌੜੇ, ਖਲੋਤੇ ਇੱਕ ਜਗ੍ਹਾ ਤੇ, ਕੱਟੇ ਭਵੇਂ ਗਏ, ਵੱਡੇ ਭਵੇਂ ਗਏ, ਪਰ ਆਪਣੀ ਜਗ੍ਹਾ ਛੱਡ ਕੇ ਪਿੱਛੇ ਨਹੀਂ ਹਟੇ। ਕਾਇਰ ਭਗੇ ਲਾਜ ਕੁਲ ਤੋਰੀ। ਪਰ ਸਾਰੇ ਸੂਰਮੇ ਵੀ ਨਹੀਂ ਹੁੰਦੇ, ਵਿੱਚੋਂ ਕਾਇਰ ਵੀ ਹੁੰਦੇ ਆ। ਜਿਹੜੇ ਕਾਇਰ ਤੇ ਗੀਦੀ ਤੇ ਕਾਮਦਿਲ ਬੁਝਦਿਲ ਸਨ, ਉਹ ਰਣ ਭੂਮੀ ਛੱਡ ਕੇ ਭੱਜੇ ਹਨ। ਮੁਗਲਨ ਦਲ ਜਨ ਘਟਾ ਕਮੰਡੀ। ਮੁਗਲਾਂ ਦਾ ਦਲ, ਬਾਬਰ ਦੀਆਂ ਫੌਜਾਂ ਇਉਂ ਜਾਪਦੀਆਂ ਸੀ ਜਿਵੇਂ ਕਾਲੇ ਰੰਗ ਦੇ ਬੱਦਲਾਂ ਦੀ ਘਟਾ ਘੁੰਮੜ ਕੇ ਆਈ ਹੋਵੇ। ਤਰਵਾਰੇ ਸਮ ਬਿਜ ਪ੍ਰਚੰਡੀ। ਔਰ ਉਹਨਾਂ ਦੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਬਿਜਲੀ ਦੇ ਸਮਾਨ ਲਿਸ਼ਕਦੀਆਂ, ਚਮਕਦੀਆਂ, ਚਮਕਦੀਆਂ ਨੇ, ਜਿਵੇਂ ਬੱਦਲਾਂ 'ਚ ਬਿਜਲੀ ਚਮਕਦੀ ਹੈ, ਏਦਾਂ ਇਹਨਾਂ ਦੀ ਫੌਜ ਦੇ ਵਿੱਚ ਕਹਿੰਦੇ ਹੱਥਾਂ 'ਚ ਫੜੀਆਂ ਤਲਵਾਰਾਂ ਚਮਕਦੀਆਂ ਹਨ। ਬਜੇ ਦਮਾਮੇ ਜਸ ਕਨ ਕੋਰੀ। ਤੇ ਜਿਹੜੇ ਨਗਾਰੇ ਵੱਜਦੇ ਨੇ, ਉਹ ਇਉਂ ਜਾਪਦਾ ਜਿਵੇਂ ਬੱਦਲਾਂ ਦੀ ਗੜਗੜਾਣ ਦੀ ਆਵਾਜ਼ ਆਉਂਦੀ ਹੋਵੇ। ਗੁਲਕਾਂ ਬਰਕ ਰਹੀ ਬਹੁ ਓਰੀ। ਕਹਿੰਦੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ, ਉਹ ਇਉਂ ਕਹਿ ਲੋ ਮਾਨੋ ਜਿਵੇਂ ਓਲੇ ਪੈ ਰਹੇ ਨੇ, ਗੜੇ ਪੈ ਰਹੇ ਹਨ। ਕ੍ਰਿਕ ਪਾਕ ਸਮ ਖਾਨ ਅਗਾਰੀ। ਔਰ ਜਿਹੜੇ ਖਾਨ ਨੇ, ਪਠਾਨ ਨੇ, ਉਹ ਪੱਕੀ ਹੋਈ ਫਸਲ ਦੇ ਸਮਾਨ ਨੇ। ਹੁਣ ਪੱਕੀ ਫਸਲ ਦੇ ਉੱਤੇ ਗੜੇ ਪੈ ਜਾਣ ਤੇ ਕੀ ਹੁੰਦਾ, ਤੋੜ ਕੇ ਤਬਾਹ ਕਰਕੇ ਰੱਖ ਦਿੰਦੇ ਨੇ। ਕਹਿੰਦੇ ਜਿਹੜੇ ਪਠਾਨ ਨੇ, ਇਹ ਪੱਕੀ ਫਸਲ ਦੇ ਸਮਾਨ ਹਨ। ਨਾਸ਼ਕੀਨ ਸਗਰੀ ਇੱਕ ਬਾਰੀ। ਇੱਕੋ ਵੇਰੀ ਇਹਨਾਂ ਸਾਰੇ ਪਠਾਣਾਂ ਦੀ ਫਸਲ ਦਾ ਨਾਸ਼ ਕਰਕੇ ਰੱਖ ਦਿੱਤਾ ਹੈ, ਮੁਗਲਾਂ ਵੱਲੋਂ ਚਲਾਈਆਂ ਗੋਲੀਆਂ ਤੇ ਹਥਿਆਰਾਂ ਨੇ। ਤਛਾ ਮੁੱਛ ਤਰਵਾਰਨ ਕਰਕੇ। ਤਛਾ ਮੁੱਛ ਵਜਾਨੀ ਕਿ ਵੱਡਾ ਕੱਟ, ਤਛਾ ਮੁੱਛ ਕਹਿੰਦੇ ਆ ਵੱਢ ਕੱਟ ਨੂੰ, ਕਹਿੰਦੇ ਤਲਵਾਰਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਵੱਢ ਕੱਟ ਹੋ ਰਹੀ ਹੈ। ਲੂਟਨ ਲਗੇ ਨਗਰ ਮੈਂ ਬਰ ਕੇ। ਪਠਾਨ ਜਦੋਂ ਮਾਰੇ ਗਏ, ਹੁਣ ਇੱਕ ਮੁਗਲ ਜਿਹੜੇ ਸੀ ਨਗਰ ਵਿੱਚ ਵੜ ਗਏ। ਨਗਰ ਵਿੱਚ ਵੜ ਕੇ, ਘਰਾਂ 'ਚ ਵੜ ਕੇ ਹੁਣ ਲੁੱਟ ਕਰਨ ਲੱਗੇ ਨੇ। ਘਰਾਂ ਵਿੱਚ ਜਾ ਕੇ ਲੋਕਾਂ ਨੂੰ ਮਾਰਨ ਲੱਗੇ ਨੇ। ਦਰਬ ਤੁਰੰਗ ਲੀਏ ਸਭ ਜਾਈ। ਪਠਾਣਾਂ ਦੇ ਘਰਾਂ ਵਿੱਚ ਜਿੰਨਾ ਪੈਸਾ ਮਿਲਿਆ, ਕੋਈ ਚੰਗਾ ਘੋੜਾ ਮਿਲਿਆ, ਚੰਗੇ ਸ਼ਸਤਰ ਹਥਿਆਰ ਮਿਲੇ, ਉਹ ਮੁਗਲਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ। ਖਾਨਨ ਸਦਨ ਬਰੇ ਪੁਨ ਤਾਈ। ਖਾਨਾਂ ਦੇ ਘਰਾਂ ਵਿੱਚ, ਪਠਾਣਾਂ ਦੇ ਘਰਾਂ ਵਿੱਚ ਜਾ ਵੜੇ ਨੇ ਮੁਗਲ। ਸੁੰਦਰ ਅੰਗਨਾ ਤਬ ਗੈ ਲੀਨੀ। ਪਠਾਨ ਮਾਰੇ ਜਾ ਚੁੱਕੇ ਨੇ। ਉਹਨਾਂ ਪਠਾਣਾਂ ਦੀਆਂ ਜਿਹੜੀਆਂ ਘਰ ਵਾਲੀਆਂ ਪਠਾਣਾਂ ਸਨ, ਤੁਰਕਣੀਆਂ, ਉਹਨਾਂ ਨੂੰ ਜਾ ਕੇ ਮੁਗਲਾਂ ਨੇ ਵਰ ਲਿਆ। ਉਹਨਾਂ ਦੇ ਉੱਤੇ ਜਾ ਕੇ ਧਿੰਗੋ ਜੋਰੀਆਂ ਕਰਨ ਲੱਗੇ ਹਨ। ਊਖਨ ਪਟ ਯੁੱਤ ਬੈਸ ਨਵੀਨੀ। ਜਿਹੜੀਆਂ ਗਹਿਣਿਆਂ ਸਮੇਤ, ਸੋਹਣਿਆਂ ਬਸਤਰਾਂ ਸਮੇਤ ਆਪਣੇ ਹਰਮਾਂ ਵਿੱਚ ਪਰਦੇ 'ਚ ਰਹਿਣ ਵਾਲੀਆਂ ਸਨ, ਉਹਨਾਂ ਨੂੰ ਜਾ ਕੇ ਮੁਗਲਾਂ ਨੇ ਬੇਪਰਦਾ ਕੀਤਾ ਹੈ। ਦੋਹਰਾ ਸਰਬ ਪਠਾਨਨ ਮਾਰ ਕੇ ਲੂਟਿਓ ਨਗਰ ਬਣਾਏ। ਕਹਿੰਦੇ ਸਾਰੇ ਪਠਾਣਾਂ ਨੂੰ ਮਾਰ ਕੇ ਨਾ ਬਾਬਰ ਕੀ ਫੌਜ ਨੇ, ਮੁਗਲਾਂ ਨੇ, ਇਹ ਮੁਗਲਾਂ ਤੇ ਪਠਾਣਾਂ ਦੀ ਲੜਾਈ ਸੀ। ਪਠਾਨ ਜਦੋਂ ਮਾਰੇ ਗਏ ਇਮਨਾਬਾਦ ਵਿੱਚ, ਤੇ ਮੁਗਲਾਂ ਨੇ ਹੁਣ ਸਾਰੇ ਪਠਾਣਾਂ ਦੇ ਘਰ ਲੁੱਟ ਲਏ ਨੇ, ਸਾਰੇ ਨਗਰ ਨੂੰ ਲੁੱਟਣ ਲੱਗੇ ਹਨ। ਬਹੁਤ ਕੈਦ ਮੈਂ ਕਰ ਲਈਏ, ਹਾਏ ਹਾਏ ਬਿਲ ਲਾਏ। ਕਈ ਪਠਾਣਾਂ ਦੇ ਬੱਚੇ ਜਿਹੜੇ ਕੋਈ 17 18 ਵਰ੍ਹਿਆਂ ਦੇ ਸੀ, ਕਈ ਪਠਾਨ, ਫਿਰ ਉਹਨਾਂ ਦੀਆਂ ਘਰ ਵਾਲੀਆਂ ਲੜਕੀਆਂ, ਉਹ ਇਹਨਾਂ ਨੇ ਫੜ ਕੇ ਕੈਦ ਕਰ ਲਏ। ਕੈਦ ਵਿੱਚ ਪਏ ਹਾਏ ਦੁਹਾਈ ਪਾਉਂਦੇ ਐ, ਕੋਈ ਉਹਨਾਂ ਦੀ ਦੀਦ ਪੁਕਾਰ ਨਹੀਂ ਸੁਣਦਾ। ਜੋ ਪਈ ਸ਼੍ਰੀ ਗੁਰ ਨੇ ਜੋ ਸ਼ਬਦ ਉਚਾਰਾ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸ਼ਬਦ ਉਚਾਰਿਆ ਸੀ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਪਾਤਸ਼ਾਹ ਨੇ ਭਵਿੱਖਤ ਬਚਨ ਉਚਾਰਨ ਕੀਤੇ ਸੀ ਵੀ ਇਹ ਵਰਤਾਰਾ ਵਰਤਣਾ ਇਮਨਾਬਾਦ ਵਿੱਚ। ਜਿਵੇਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਉਹ ਖਾਨਨ ਪਰ ਕੀ ਨੀ ਮਾਰਾ। ਉਸੇ ਤਰ੍ਹਾਂ ਹੀ ਵਰਤਿਆ ਇਹਨਾਂ ਖਾਨਾਂ ਤੇ ਪਠਾਣਾ ਤੇ, ਉਸੇ ਤਰ੍ਹਾਂ ਹੀ ਮਾਰ ਪਈ ਹੈ।
ਉਸੇ ਤਰ੍ਹਾਂ ਘਰ ਘਰ ਵਿੱਚ ਖੂਨ ਕੇ ਸੋਹਲੇ ਗਾਵੀਆ ਨਾਨਕ ਦੀ ਖੇਡ ਵਰਤ ਰਹੀ ਹੈ। ਤਿਨ ਕੇ ਪੀਰ ਫਕੀਰ ਜੇ ਸਭਈ, ਇਹਨਾਂ ਪਠਾਣਾਂ ਦੇ ਜਿਹੜੇ ਵੱਡੇ ਵੱਡੇ ਪੀਰ ਸੀ, ਫਕੀਰ ਸੀ, ਜਿਹੜੇ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਅੰਨੇ ਕਰ ਦਿਆਂਗੇ, ਉਹ ਤੁਹਾਡੇ ਤੇ ਹਮਲਾ ਹੀ ਨਹੀਂ ਕਰ ਸਕਣਗੇ। ਕਹਿੰਦੇ ਉਹ ਵੱਡੇ ਵੱਡੇ ਪੀਰ ਫਕੀਰਾਂ ਦੇ ਕੋਈ ਇਲਮ ਨਹੀਂ ਚੱਲੇ, ਉਹਨਾਂ ਦੇ ਕੋਈ ਮੰਤਰ ਤੰਤਰ ਨਹੀਂ ਚੱਲੇ। ਗਏ ਦਬਕ ਨੇ ਉਕਸੇ ਤਬਈ, ਉਹ ਸਾਰੇ ਦਬਕ ਗਏ, ਕੋਈ ਨਹੀਂ ਉਕਸ ਸਕਿਆ ਉਸ ਵੇਲੇ ਮੁਗਲਾਂ ਦੇ ਸਾਹਮਣੇ। ਐਸੋ ਕੌਣ ਸ਼ਕਤ ਧਰ ਭਾਰੀ, ਕਹਿੰਦੇ ਐਸਾ ਕਿਹੜਾ ਹੈ ਜਿਹੜਾ ਸ਼ਕਤੀ ਧਾਰਨ ਕਰਕੇ ਆਵੇ, ਜੋ ਗੁਰ ਬਚ ਕੇ ਟਿਕੇ ਅਗਾਰੀ, ਜਿਹੜਾ ਗੁਰੂ ਬਚਨਾਂ ਦੇ ਸਨਮੁਖ ਟਿਕ ਸਕੇ। ਜੇ ਮਿਲ ਕੋਟਕ ਹੋਏ ਟਿਟਾਨੇ, ਕਹਿੰਦੇ ਟਟਹਿਣੇ ਹੁੰਦੇ ਆ ਨਾ ਨਿੱਕੇ ਨਿੱਕੇ ਜੁਗ ਨੂੰ, ਉਹ ਕਰੋੜਾਂ ਟਟਹਿਣੇ ਇਕੱਠੇ ਹੋ ਜਾਣ, ਕਿਉਂ ਸੂਰਜ ਕੀ ਪਾਏ ਸਮਾਨੇ, ਕਰੋੜਾਂ ਟਟਹਿਣੇ ਇਕੱਠੇ ਹੋ ਕੇ ਸੂਰਜ ਦੀ ਬਰੋਬਰੀ ਨਹੀਂ ਕਰ ਸਕਦੇ। ਇਹ ਜਿੰਨੇ ਉਸ ਵੇਲੇ ਦੇ ਜਿਹੜੇ ਪਠਾਣਾਂ ਦੇ ਪੀਰ ਸੀ, ਜਿਹੜੇ ਕਹਿੰਦੇ ਸੀ ਅਸੀਂ ਪੜਾਂਗੇ ਮੰਤਰ ਤੇ ਮੁਗਲੰਨੇ ਹੋ ਜਾਣਗੇ, ਉਹਨਾਂ ਦਾ ਕੋਈ ਮੰਤਰ ਤੰਤਰ ਨਹੀਂ ਚੱਲ ਸਕਿਆ। ਜਦੋਂ ਪਰਮੇਸ਼ਰ ਦੀ ਹਵਾ ਵਗਦੀ ਹੈ, ਉਹਦੀ ਵਗਦੀ ਹਵਾ ਨੂੰ ਫਿਰ ਕੋਈ ਨਹੀਂ ਰੋਕ ਸਕਦਾ। ਜੋ ਉਹਨੂੰ ਭਾਉਂਦਾ ਹੈ ਫਿਰ ਉਹ ਵਰਤ ਕੇ ਰਹਿੰਦਾ। ਕਿਹਦੇ 'ਚ ਇੰਨੀ ਤਾਕਤ ਕਿ ਉਹਦੀ ਕੀਤੀ ਨੂੰ ਕੋਈ ਰੋਕ ਸਕੇ। ਫਤਿਹ ਪਾਏ ਪੁਰ ਲੂਟ ਕਨੇਰਾ, ਮੁਗਲਾਂ ਨੇ ਬਾਬਰ ਨੇ ਇਮਨਾਬਾਦ ਨਗਰ ਤੇ ਫਤਿਹ ਪ੍ਰਾਪਤ ਕਰ ਲਈ, ਸਾਰਾ ਨਗਰ ਲੁੱਟ ਕੇ ਤਬਾਹ ਕਰਕੇ ਰੱਖ ਦਿੱਤਾ। ਜਾਏ ਕੋਸ ਦਵੈ ਕੀਨੋ ਡੇਰਾ, ਔਰ ਇਮਨਾਬਾਦ ਨਗਰ ਤੋਂ ਤਕਰੀਬਨ 2 ਕੋ ਬਾਹਰ ਜਾ ਕੇ ਬਾਬਰ ਨੇ ਡੇਰਾ ਕੀਤਾ। ਇਮਨਾਬਾਦ ਨਗਰ 'ਚ ਡੇਰਾ ਨਹੀਂ ਕੀਤਾ, ਨਗਰ ਤੋਂ ਬਾਹਰ ਆ ਕੇ 2 ਕੋਹ ਤੇ ਡੇਰਾ ਕੀਤਾ। ਹਰ ਕਿਉ ਬਾਬਰ ਜੀਤ ਲੜਾਈ, ਬਾਬਰ ਜੰਗ ਦੇ ਮੈਦਾਨ ਵਿੱਚ ਲੜਾਈ ਜਿੱਤ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਕਿ ਮੈਂ ਜੰਗ ਜਿੱਤ ਲਿਆ। ਪਹਿਲੇ ਵੀ ਹਮਲੇ ਕੀਤੇ ਸੀ ਬਾਬਰ ਨੇ ਹਿੰਦੁਸਤਾਨ ਤੇ, ਨਮੋਸ਼ੀ ਨਾਲ ਵਾਪਸ ਪਰਤਦਾ ਰਿਹਾ, ਪਰ ਇਸ ਵਾਰ ਬਾਬਰ ਦੀ ਜਿੱਤ ਹੋ ਗਈ ਹੈ, ਕਿਉਂਕਿ ਇਸ ਵਾਰ ਬਾਬਰ ਵੱਲ ਗੁਰੂ ਨਾਨਕ ਸਾਹਿਬ ਦੀ ਖੇਡ ਵਰਤ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਜੀ ਦਾ ਹੁਕਮ ਜਿਹੜਾ ਉਹ ਵਰਤ ਗਿਆ, ਇਸ ਕਰਕੇ ਬਾਬਰ ਦੀ ਜੰਗ ਦੇ ਮੈਦਾਨ ਵਿੱਚ ਜਿੱਤ ਹੋਈ ਹੈ। ਉਨ ਫੇਰੀ ਸਭ ਥਾਨ ਦੁਹਾਈ, ਏਮਨਾਬਾਦ ਨੂੰ ਜਿੱਤਣ ਤੋਂ ਬਾਅਦ ਫਿਰ ਤਾਂ ਬਾਬਰ ਜਿੱਤਦਾ ਹੀ ਚਲਾ ਗਿਆ। ਫਿਰ ਪੂਰੇ ਹਿੰਦੁਸਤਾਨ ਵਿੱਚ ਬਾਬਰ ਨੇ ਆਪਣੀ ਦੋਹੀ ਫੇਰੀ ਹੈ, ਆਪਣਾ ਸਿੱਕਾ ਚਲਾਇਆ, ਆਪਣਾ ਰਾਜ, ਆਪਣਾ ਸ਼ਾਸਨ ਉਹ ਬਾਬਰ ਨੇ ਕਾਇਮ ਕਰ ਦਿੱਤਾ। ਮੁਗਲਾਂ ਦਾ ਰਾਜ ਹਿੰਦੁਸਤਾਨ ਵਿੱਚ ਬਾਬਰ ਨੇ ਕਾਇਮ ਕੀਤਾ। ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ ਬਹੁ-ਬਿਦ ਜਗਤ ਬਣਾਓ। ਅਗਲਾ ਅਧਿਆਏ ਪ੍ਰਾਰੰਭ ਹੋ ਰਿਹਾ ਤੇ ਮੰਗਲ ਹੋ ਰਿਹਾ। ਕਹਿੰਦੇ ਭਾਈ ਜਿਹੜਾ ਹਿਰਦੇ ਦਾ ਦ੍ਰਿੜ ਅਗਿਆਨ ਹੈ, ਜਿਸ ਅਗਿਆਨ ਕਰਕੇ ਸਾਰਾ ਜਗਤ ਭਾਸਦਾ, ਇਹ ਜਗਤ ਤਾਂ ਭਾਸਦਾ ਕਿਉਂਕਿ ਹਿਰਦੇ 'ਚ ਅਗਿਆਨ ਹੈ। ਅਗਿਆਨਤਾ ਕਰਕੇ ਸਾਰਾ ਜਗਤ ਨਜ਼ਰ ਆ ਰਿਹਾ, ਨਾਨਾ ਪ੍ਰਕਾਰ ਦੀ ਪ੍ਰਕਿਰਤੀ ਨਜ਼ਰ ਆ ਰਹੀ ਹੈ। ਗਿਆਨ ਪਏ ਤੇ ਨਸ਼ਟ ਹੋਏ, ਚਹਿਤ ਜੇ ਸਤਿਗੁਰ ਧਿਆਓ। ਜਦੋਂ ਗਿਆਨ ਹੋ ਜਾਏ, ਗਿਆਨ ਹੁੰਦਿਆਂ ਹੀ ਇਹ ਸਾਰਾ ਸੰਸਾਰ ਵਿਲੈ ਹੋ ਜਾਂਦਾ ਹੈ। ਜਿਵੇਂ ਜਾਗਦਿਆਂ ਸੁਪਨਾ ਚਲਿਆ ਜਾਂਦਾ ਹੈ, ਏਦਾਂ ਗਿਆਨ ਹੁੰਦਿਆਂ ਇਹ ਸਾਰਾ ਜਗਤ ਵਿਲੈ ਹੋ ਜਾਂਦਾ ਹੈ। ਹੇ ਸਿੱਖਾ, ਜੇ ਤੂੰ ਚਾਹੁੰਦਾ ਤੈਨੂੰ ਐਸੇ ਗਿਆਨ ਦੀ ਪ੍ਰਾਪਤੀ ਹੋਵੇ ਤਾਂ ਫਿਰ ਤੂੰ ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰ, ਫਿਰ ਤੈਨੂੰ ਐਸੇ ਗਿਆਨ ਦੀ ਪ੍ਰਾਪਤੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਇਮਨਾਬਾਦ ਨਗਰ ਵਿੱਚ ਬਾਬਰ ਨੂੰ ਸਮੱਤ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਛੁਤ ਹੈ ਪਾਰ
ਬ੍ਰਹਮ ਅਬਨਾਸੀ ਅਗਨਾਸ हे पूरन हे सर्ब मैं ਸੁਖ ਪੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोबिंद हे गुण निधान ਜਾਂ ਕੀ ਸਦਾ ਬਵੇਕ हे अपरंपर हर हरे ਹੈ ਪੀਓਣ ਹਾਰੇ हे संत कै सदा संग ਧਾਰਾ ਆਧਾਰ हे